D4 न्यूज देख रहे तमाम दोस्तों को दीपक भंडारी का नमस्कार। चर्चा करेंगे दिन भर की बड़ी खबरों पर। चंडीगढ़ महाली बॉर्डर पर आंदोलन में डटे किसान यूनियनों के नेताओं और भगवंत मान की सरकार के बीच सहमति बन गई है। किसान नेताओं ने कहा है कि वह अभी मोर्चे को मुलतवी कर रहे हैं, अगर आगे कोई दिक्कत आई तो वह फिर से मोर्चा लगाया जाएगा। आपको बताएंगे, इससे पहले मुख्यमंत्री भगवंत मान ने किसानों से यह कहा कि ये किसानों का ये जो आंदोलन चंडीगढ़ मोहाली बॉर्डर पर किया जा रहा है वह अनावश्यक है। उन्होंने यह भी कहा किसानों को नारे मारने के बजाय पानी बचाने की कोशिश करनी चाहिए। उन्हें यह भी कहा मुख्यमंत्री से मुलाकात का मतलब मुर्दाबाद नहीं होता, कम से कम उन्हें 1 साल का वक्त दिया जाना चाहिए। उन्हें यह भी कहा मैं भी किसान का बेटा हूं, मुझे अच्छी तरह से पता है कि किसानों को कौन सी जरूरत है। मैं 10 जून और 18 जून के बीच का फर्क अच्छी तरह से जानता हूं। पानी और हवा बचाने में मेरा कोई निजी हित नहीं, बल्कि कुदरत के स्रोतों को बचाने की जिम्मेदारी हमारी सबकी है। किसानों को धरने प्रदर्शन के बजाय पंजाब और पंजाबियों की बेहतरी के लिए मेरा साथ देना चाहिए। उन्होंने यह भी कहा किसान मुझे 1 साल तक सहयोग करें, इस दौरान किसानों को कोई नुकसान हुआ तो राज्य सरकार उसकी भरपाई करेगी। उन्होंने यह भी कहा कि जब बटाला में पराली जलाने से स्कूल बस का हादसा हो गया था तो उसमें 2 नहीं 7 बच्चे झुलस गए थे, उस पर किसान क्यों चुप रहे। उसके बाद 2 बच्चों की मौत भी हुई थी, उस पर भी किसान नेता क्यों चुप रहे थे। ਮੁਲਾਕਾਤ ਕਰਨ ਦਾ ਤਰੀਕਾ ਮੁਰਦਾਬਾਦ ਥੋੜੀ ਹੈ। ਫਿਰ ਜਦੋਂ ਮਰਜ਼ੀ ਆਓ, ਮੈਂ ਤਾਂ ਪਹਿਲਾਂ ਵੀ ਬੁਲਾਇਆ ਸੀ ਉਹਨਾਂ ਨੂੰ, ਮੈਂ ਉਦੋਂ ਪਹਿਲਾਂ ਵੀ ਬੁਲਾਉਂਦਾ ਰਿਹਾ। ਸੋ ਮੈਂ ਖੁਦ ਕਿਸਾਨ ਦਾ ਬੇਟਾ, ਸੋ ਮੈਨੂੰ ਪਤਾ ਹੈ ਕਿ ਕਿਵੇਂ ਹੋ ਸਕਦਾ ਹੈ। 18 ਜੂਨ ਤੇ 10 ਜੂਨ ਚ ਕੀ ਫਰਕ ਹੈ। ਜਦੋਂ ਮੈਂ ਇਹ ਕਹਿ ਰਿਹਾ ਕਿ MSP ਮੂੰਗੀ ਤੇ ਵੀ ਹੋਊਗੀ, ਬਾਸਮਤੀ ਵੀ MSP ਤੇ ਚੱਕਾਂਗੇ, ਠੀਕ ਹੈ, ਭਾਵੇਂ ਉਹ ਜਿੰਨੀ ਮਰਜ਼ੀ ਸਿੱਲ ਵਾਲੀ ਲੈ ਆਉਣ, ਜਿਹੜਾ ਉਹ ਕਹਿੰਦੇ ਨੇ ਕਿ ਅਕਤੂਬਰ ਚਾਹੇ ਹੋ ਜਾਊਗਾ, ਨਵੰਬਰ ਚਾਹੇ ਹੋ ਜਾਊਗਾ, ਅਸੀਂ ਉਹ ਫਸਲ ਚੱਕਣ ਨੂੰ ਤਿਆਰ ਹਾਂ, ਚਾਹੇ ਸਾਨੂੰ ਜੋ ਮਰਜ਼ੀ ਹੋ ਜੇ। ਪਰ ਕਿ ਇੱਕ ਵਾਰੀ ਐਫਰਟ ਤਾਂ ਕਰ ਲਓ, ਇੱਕ ਵਾਰੀ ਤਜਰਬਾ ਤਾਂ ਕਰਕੇ ਦੇਖ ਲਈਏ ਧਰਤੀ ਨੂੰ ਬਚਾਉਣ ਦਾ। ਤਾਂ ਹਰ ਗੱਲ ਦਾ ਮਤਲਬ ਮੁਰਦਾਬਾਦ ਥੋੜੀ ਹੁੰਦਾ। ਉਹ ਕਹਿੰਦੇ ਤੁਸੀਂ ਆਸ਼ਵਾਸਨ ਦੇ ਦਿਓ ਉਹਨਾਂ ਦੀ ਮੰਗਾਂ ਨੂੰ ਲੈ ਕੇ। ਮੈਂ ਆਲਰੇਡੀ ਇਹ ਗੱਲ ਕਹਿ ਚੁੱਕਿਆ, ਸ਼ਾਇਦ ਉਹਨਾਂ ਨੇ ਨਹੀਂ ਸੁਣੀ ਹੋਣੀ, ਕਿ ਬਾਸਮਤੀ ਵੀ MSP ਤੇ ਚੁੱਕਾਂਗੇ, ਮੂੰਗੀ ਵੀ ਐਕਸਟਰਾ ਫਸਲ ਇੱਕ ਦਿੱਤੀ ਹੈ। ਜੇ 20 ਮਈ ਤੋਂ, ਚਲੋ ਪਹਿਲਾਂ ਵੀ ਸ਼ੁਰੂ ਹੋ ਗਈ, ਡਾਇਰੈਕਟ ਬਿਜਾਈ ਵਾਸਤੇ NRIs ਨੇ ਵੀ ਬਹੁਤ ਸਾਰੇ ਜਿਹੜੇ ਪੈਸੇ ਦੇਤੇ ਜਾਂ ਉਹਨਾਂ ਨੇ ਠੇਕਾ ਘੱਟ ਕਰਤਾ, 1500 ਗਵਰਨਮੈਂਟ ਵੀ ਦੇ ਰਹੀ ਹੈ। ਪਰ ਮੈਂ ਇਹ ਪੁੱਛਣਾ ਚਾਹੁੰਦਾ ਮਾਨਯੋਗ ਜਥੇਬੰਦੀਆਂ ਨੂੰ ਕਿ ਮੈਨੂੰ ਇਹ ਤਾਂ ਦੱਸ ਦਿਓ ਕਿ ਮੈਂ ਗਲਤ ਕੀ ਕਰ ਰਿਹਾ ਧਰਤੀ ਲਈ। ਮਤਲਬ ਜਦੋਂ ਇੱਕ ਨਾੜ ਨੂੰ ਅੱਗ ਲੱਗ ਜਾਂਦੀ ਹੈ, 10 ਬੱਚੇ ਗੁਰਦਾਸਪੁਰ ਦੇ ਵਿੱਚ ਲੱਕੀਲੀ ਬਚ ਗਏ, ਹਾਲਾਂਕਿ ਸ਼ੌਕ ਪਤਾ ਨਹੀਂ ਸਾਰੀ ਉਮਰ ਜ਼ਿੰਦਗੀ 'ਚ ਰਹੂਗਾ ਉਹਨਾਂ ਨੂੰ। ਤੇ ਜਦੋਂ ਇੱਥੇ ਡੇਰਾਬੱਸੀ ਅੱਗ ਲੱਗ ਗਈ, 2 ਬੱਚੇ ਝੁੱਗੀ ਝੋਪੜੀ ਵਾਲੇ ਖਤਮ ਹੋ ਗਏ। ਕਦੇ ਉਹਦੇ ਵਾਸਤੇ ਤਾਂ ਕਦੇ ਕੋਈ ਮਤਲਬ ਕੋਈ ਉਹਨਾਂ ਨੇ ਐਫਰਟ ਨਹੀਂ ਕੀਤੀ। ਮੈਂ ਕਹਿਣਾ ਕਿ ਸਹਿਯੋਗ ਦਿਓ। ਮੇਰੇ ਤਾਂ ਉਹ ਵੱਡੇ ਨੇ, ਕੋਈ ਮੇਰੇ ਚਾਚੇ ਦੀ ਉਮਰ ਦੇ ਨੇ, ਕੋਈ ਮੇਰੇ ਦਾਦੇ ਦੀ ਉਮਰ ਦੇ ਨੇ, ਬਹੁਤ ਸੀਨੀਅਰ ਨੇ। ਪਰ ਘੱਟੋ ਘੱਟ ਜਦੋਂ ਸਰਕਾਰ ਦੀ, ਮੇਰਾ ਕਿਹੜਾ ਪੇਟੈਂਟ ਰਾਈਟ ਹੈ ਕੋਈ ਪਾਣੀ ਦਾ ਕਿ ਮੈਂ ਪਾਣੀ ਬਚਾਉਣਾ ਚਾਹੁੰਦਾ, ਮੈਂ ਪਾਣੀ ਕਿਸੇ ਕੰਪਨੀ ਨੂੰ ਵੇਚ ਦੂੰਗਾ। ਮੇਰਾ ਕਿਹੜਾ ਪੇਟੈਂਟ ਰਾਈਟ ਹੈ ਕੋਈ ਹਵਾ ਦਾ। ਗੁਰੂ ਨਾਨਕ ਸਾਹਿਬ ਦਾ ਇੱਕ ਮੈਂ ਵਾਕ ਹੈ, ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਕਿਰਪਾ ਕਰਕੇ 1 ਸਾਲ ਮੇਰਾ ਸਾਥ ਦੇ ਕੇ ਦੇਖ ਲਓ। ਜੇ ਘਾਟਾ ਪੈ ਗਿਆ, ਮੈਂ ਸਰਕਾਰ 'ਚ ਹਾਂ, ਮੈਂ ਸਾਰੇ ਘਾਟੇ ਪੂਰੇ ਕਰ ਦੂੰਗਾ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਸਾਡੇ ਕੋਲ ਟਰਾਲੀਆਂ ਤਿਆਰ ਖੜੀਆਂ ਨੇ ਜੀ, ਮੁਰਦਾਬਾਦ ਮੁਰਦਾਬਾਦ, ਚੰਗਾ ਨਹੀਂ ਲੱਗਦਾ। ਬਿਜਲੀ ਉੱਤੇ BBMB ਦਾ ਵੀ ਮਸਲਾ ਉਹ ਕਹਿ ਰਹੇ ਨੇ ਕੁਝ। ਸਰ BBMB ਦਾ ਮੈਂ ਲਿਖ ਕੇ ਦਿੱਤਾ ਹੋਇਆ। ਮੈਂ ਲੋਕ ਸਭਾ 'ਚ ਕਿਸਾਨਾਂ ਦੇ ਹੱਕ 'ਚ ਸਭ ਤੋਂ ਵੱਧ ਬੋਲਦਾ ਰਿਹਾ। ਮੈਨੂੰ ਖੇਤੀ ਬਾਰੇ ਜਿੰਨਾ ਪਤਾ ਹੈ, ਮੈਂ ਮਿਰਚਾਂ ਦੀਆਂ ਓਲੀਆਂ ਤੋਂ ਲੈ ਕੇ ਮੈਂ ਪੀਟਰ ਇੰਜਨਾਂ ਦੇ ਸਲੈਂਸਰਾਂ ਦੇ ਮੂਹਰੇ ਮੱਛਰਦਾਨੀਆਂ ਲਾ ਕੇ ਸੌਂਦਾ ਰਿਹਾ। ਤੋ ਇੱਕ ਮਿੰਟ ਮੈਨੂੰ ਬੋਲ ਲੈਣ ਦਿਓ। ਸੋ ਮੈਨੂੰ ਸਾਰਾ ਪਤਾ ਹੈ ਕਿੱਥੇ ਘਾਟਾ ਪੈਂਦਾ, ਕਿੱਥੇ ਮਾਰੇ ਜਾਂਦੇ ਆ, ਕਿੱਥੇ ਠੱਗੀ ਵੱਜਦੀ ਹੈ। ਮੈਂ ਸਾਰਾ ਠੀਕ ਕਰੂੰਗਾ। ਇੱਕ ਵਾਰੀ ਮੇਰੇ ਕਹੇ ਤੇ ਮੰਨ ਕੇ ਤਾਂ ਦੇਖ ਲੈਣ। ਇਹਦਾ ਮਤਲਬ ਇਹ ਥੋੜੀ ਹੈ ਕਿ 2 ਮਹੀਨੇ ਹੋ ਗਏ ਯਾਰ मुर्दाबाद का नारा नहीं लाया, चलो चलिए फिर चंडीगढ़। हम आपको यह भी बताएंगे कि किन मांगों पर सहमति बनी है। धान की बिजाई के लिए पूरे पंजाब को 2 जोन में बांटा गया है। जोन किसान नेता बनाकर देंगे। 14 और 17 जून को यहां पर बिजाई होगी। सेम और बॉर्डर पार किसान 10 जून के बाद धान लगा सकेंगे। बिजली 3 दिन पहले से मिलनी शुरू हो जाएगी।
मूंगी पर एमएसपी का नोटिफिकेशन जारी कर दिया गया है। बासमती और मक्की की एमएसपी के लिए मान केंद्र गृह मंत्री अमित शाह से शीघ्र ही मिलेंगे। मक्की पर मान सरकार का हर हाल में एमएसपी देने का ऐलान किया गया है। गेहूं के बोनस के लिए भी अमित शाह से मुलाकात होगी। किसान 500 रुपए प्रति एकड़ बोनस मांग रहे हैं। पंचायती जमीनें जो कि किसानों ने आबाद की हैं, उन पर कब्जे को लेकर 23 मई को किसान नेताओं से बैठक होगी। यह बैठक ग्रामीण विकास और पंचायती मंत्री कुलदीप धालीवाल करेंगे। किसानों की कर्जा कुर्की और वारंट के लिए पंजाब सरकार के अफसर नहीं जाएंगे। इसी को लेकर कांग्रेस के पूर्व प्रदेश अध्यक्ष नवजोत सिंह सिद्धू ने भी ट्वीट किया और कहा कि मान साहब, जब आप विपक्ष में थे तब आप भी मुर्दाबाद के नारे लगाते रहे हैं, इसलिए आप अपने कानों को आदत डालें कि अन्नदाता की पुकार सुने। इसलिए किसानों की बात सुननी चाहिए और आप पंजाब के मसलों के लिए दिल्ली की तरफ ना देखें, क्योंकि सभी जानते हैं दिल्ली के मुख्यमंत्री अरविंद केजरीवाल की ओर से जो 3 काले कानून बनाए गए थे वह भी किसानों के खिलाफ थे। पंजाब में लगातार बिगड़ रही कानून व्यवस्था को लेकर नवजोत सिंह सिद्धू की पत्नी डॉक्टर नवजोत कौर सिद्धू ने कुंवर विजय प्रताप के समर्थन में ट्वीट किया है। उन्होंने चुनावों के बाद यह पहला राजनीतिक ट्वीट किया है। चुनावों के दौरान अपने बेबाक इंटरव्यू और कांग्रेस के पूर्व मुख्यमंत्री चरणजीत सिंह चन्नी के अलावा कई बार कैप्टन अमरिंदर सिंह पर भी निशाना साधती रही हैं। नवजोत कौर सिद्धू ने अरविंद केजरीवाल को ट्वीट करके कहा है कि पंजाब में अपराध ने तमाम हदें पार कर ली हैं। उनकी समझ से परे है कि पंजाब सरकार के पास सक्षम और वरिष्ठ आईपीएस अधिकारी कुंवर विजय प्रताप सिंह मौजूद हैं और उन्हें गृह मंत्री पंजाब का पद क्यों नहीं दिया जा रहा। आपको बता दें कि जब वह अमृतसर में तैनात थे, किसी में भी अपराध करने की हिम्मत नहीं होती थी, क्योंकि घंटों के भीतर अपराधी को पकड़ लिया जाता था और दंडित किया जाता था। साथ ही वीआईपी भी उन्हें गलत कहने से कतराते थे। तब गैंगस्टर, चैन स्नैचर और चोर हैं वो गायब हो गए थे। आपको यह भी बता दें कि सिद्धू परिवार शुरू से ही कुंवर विजय प्रताप सिंह का हिमायती रहा है। नवजोत सिंह सिद्धू जब भाजपा के सांसद थे तो उन्होंने 2007 में बादल सरकार के दौरान कुंवर को अमृतसर का एसएसपी बनवाने में उनकी सहायता की थी। इतना नहीं, पूर्व मंत्री अनिल जोशी और नवजोत सिंह सिद्धू के बीच खटास आई थी। उसका कारण भी कुंवर विजय प्रताप सिंह को ही बताया जाता है। मुख्यमंत्री भगवंत मान की ओर से हाल ही में दिल्ली के दौरे को लेकर पंजाब में सियासी पारा चढ़ गया है। बड़े पदों पर मंथन के आसार बताए जा रहे हैं। जुलाई में अंबिका सोनी जो कि कांग्रेस से हैं और बलविंदर सिंह भूंदर जो कि शिरोमणि अकाली दल से राज्यसभा सांसद हैं, उनका कार्यकाल समाप्त हो जाएगा। राज्यसभा चुनाव 10 जून को होने हैं, जिसमें नामांकन की अंतिम तारीख 31 मई को रखी गई है। पंजाब में आम आदमी पार्टी के नए प्रदेश प्रमुख और राज्यसभा चुनाव के लिए 2 उम्मीदवारों को लेकर क्यासों का दौर भी जारी है। इसी बीच मुख्यमंत्री भगवंत मान दिल्ली दौरे पर गए। उनका यह दौरा चर्चा का विषय बन गया। खबर है कि मान ने दिल्ली पहुंचकर बड़े पार्टी के बड़े नेताओं से मुलाकात की और यह बताया जा रहा है कि बैठक में पंजाब में आम आदमी पार्टी के नए मुखिया के तौर पर किसे लगाया जाए और कैबिनेट में जो विस्तार होना है उसे लेकर भी मंथन किया गया। एक अंग्रेजी अखबार की रिपोर्ट के मुताबिक लिखा गया है कि मार्च में हुए चुनावों में राज्यसभा के लिए दिल्ली के 2 नेताओं के चुनाव में पार्टी में असंतोष ने दस्तक दे दी थी। ऐसे में अब पार्टी सावधानी बरत रही है। रिपोर्ट के मुताबिक आम आदमी पार्टी के नए प्रदेश अध्यक्ष को नियुक्त करने पर भी चर्चाएं हुई हैं। साल 2019 से ही राज्य में आम आदमी पार्टी की कमान मुख्यमंत्री भगवंत मान संभाल रहे थे, लेकिन मुख्यमंत्री बनाए जाने के बाद पार्टी को नए चेहरे की तलाश है। यह भी रिपोर्ट मिली है कि नए चीफ को हरियाणा और हिमाचल प्रदेश में आम आदमी पार्टी के विस्तार में शामिल किया जाएगा और कैबिनेट का विस्तार करने पर भी चर्चा की गई। आपको बता दें कि मुख्यमंत्री की कैबिनेट में 17 मंत्री बनाए जाने हैं, लेकिन अभी तक 10 मंत्रियों को ही शामिल किया गया है, जबकि 7 पद अभी भी खाली हैं। लगातार कुंवर विजय प्रताप सिंह को गृह मंत्रालय देने की बात की जा रही है। आखिरकार अरविंद केजरीवाल और भगवंत मान उन्हें पंजाब का गृह विभाग क्यों नहीं सौंप रहे हैं, ये समझ से परे है, क्योंकि अपराधियों के हौसले इतने बुलंद हो चुके हैं कि दिन दिहाड़े लोगों के घरों में जाकर धमकाया जा रहा है। बुक्की, स्टोरिये, मैच फिक्सिंग, दड़ा सट्टा, ये सारा कारोबार चरम पर है और पंजाब पुलिस मूक दर्शक बनी हुई है।
अपनी मांगों को लेकर पनबस के कर्मचारियों की ओर से हड़ताल जारी रखी गई और इन्होंने भी सरकार के खिलाफ प्रदर्शन किया। इनका कहना है कि बदलाव के नाम पर आम आदमी पार्टी ने वोट तो लिए, लेकिन अभी कहीं बदलाव दिखाई नहीं दे रहा है। ਤੇ ਅੱਜ ਜਿਹੜੇ 18 ਡਿਪੂ ਬੰਦ ਕਰਨੇ ਪਏ ਆ ਸਾਨੂੰ, ਸਾਡੀਆਂ 3 ਜਿਹੜੀਆਂ ਵਾ ਹੱਕੀ ਤੇ ਜਾਇਜ਼ ਮੰਗਾਂ ਵਾ, ਕਿਉਂਕਿ ਅਸੀਂ ਇਸ ਮਹਿਕਮੇ ਦੀ 15 ਤੋਂ 16 ਸਾਲ ਹੋ ਗਏ ਸੇਵਾ ਕਰਦਿਆਂ ਨੂੰ। ਪਰ ਸਾਨੂੰ ਇਹ ਸਰਕਾਰ ਕੋ ਬਹੁਤ ਉਮੀਦਾਂ ਸੀ ਕਿ ਇਹ ਸਰਕਾਰ ਆਉਂਦਿਆਂ ਹੀ ਸੱਤਾ ਦੇ ਵਿੱਚ ਸਾਨੂੰ ਰੈਗੂਲਰ ਕਰਨ ਵਾਲੇ ਬੰਨੇ ਜਾਊਗੀ, ਪਰ ਉਲਟਾ ਇਸ ਦੇ ਇਹ ਜਿਹੜੀ ਸਰਕਾਰ ਵਾ ਸਾਡੀਆਂ ਤਨਖਾਹਾਂ ਵੀ ਜਿਹੜੀਆਂ ਉਹ ਰੋਕ ਕੇ ਬਹਿ ਗਈ ਆ। ਹੁਣ ਅੱਜ 18 ਤਰੀਕ ਹੋ ਗਈ ਆ, ਅਜੇ ਤੱਕ ਕੋਈ ਬਜਟ ਨਹੀਂ ਆਇਆ, ਕੋਈ ਸਾਨੂੰ ਤਨਖਾਹ ਆਉਣ ਦੀ ਆਸ ਨਹੀਂ ਹੈਗੀ। ਇਸ ਕਰਕੇ ਵਰਕਰਾਂ ਦੇ ਵਿੱਚ ਭਾਰੀ ਰੋਸ ਆ ਤੇ ਜਿਹਦੇ ਸਬੰਧ ਦੇ ਵਿੱਚ ਅੱਜ ਪਨਬਸ ਦੇ 18 ਡਿਪੂ ਜਿਹੜੇ ਆ ਉਹ ਬੰਦ ਕੀਤੇ ਆ 12 ਵਜੇ ਤੋਂ ਬਾਅਦ। ਤੇ ਦੂਜਾ ਸਾਨੂੰ ਮੈਨੇਜਮੈਂਟ ਇੱਥੇ ਤੱਕ ਤੰਗ ਕਰ ਰਹੀ ਆ ਵੀ ਸਾਡੇ 2 ਸਾਥੀ ਜਿਹੜੇ ਆ ਉਹ ਚੰਡੀਗੜ੍ਹ ਡਿਪੂ ਦੇ, ਉਹਨਾਂ ਨੇ ਇੱਕ ਅੱਡੇ ਦੇ ਉੱਤੇ ਘੜੂਆਂ ਅੱਡਾ ਪੈਂਦਾ, ਉੱਥੇ ਬ੍ਰੇਕ ਨਹੀਂ ਮਾਰੀ। ਉਹਨਾਂ ਦੀ ਗੱਡੀ ਦੇ ਵਿੱਚ ਪਹਿਲੋਂ ਹੀ 100 ਤੋਂ ਪਲੱਸ ਸਵਾਰੀਆਂ ਸੀ ਤੇ ਓਵਰਲੋਡ ਹੋਣ ਕਰਕੇ ਉਹਨਾਂ ਨੇ ਉੱਥੇ ਬ੍ਰੇਕ ਨਹੀਂ ਮਾਰੀ। ਉਹਨਾਂ ਨੂੰ 20 ਦਿਨ ਹੋ ਗਏ ਆ ਨਜਾਇਜ਼ ਹੀ ਡਿਊਟੀ ਤੋਂ ਲਾਇਆ ਵਾ। ਉਹ ਉਸ ਪ੍ਰਤੀ ਵੀ ਜਿਹੜਾ ਵਾ ਵਰਕਰਾਂ ਦੇ ਵਿੱਚ ਭਾਰੀ ਰੋਸ ਵਾ। ਤੀਸਰੀ ਸਾਡੀ ਜਿਹੜੀ ਮੰਗ ਵਾ ਕਿ ਜਿਹੜਾ ਸਾਡਾ ਰੋਟਾ ਵਾ ਜਿੱਥੇ ਡਿਊਟੀਆਂ ਲੱਗਦੀਆਂ ਸਾਡੇ ਡਰਾਈਵਰ ਕੰਡਕਟਰਾਂ ਦੀਆਂ, ਉਹ ਰੋਟਾ ਮੋਗੇ ਡਿਪੂ ਦਾ ਜਿਹੜਾ ਵਾ ਉਹ ਮੈਨੇਜਮੈਂਟ ਨੇ ਜਿਹੜਾ ਵਾ ਉਹ ਚੰਡੀਗੜ੍ਹ ਲੈ ਗਏ ਆ ਤੇ ਉੱਥੇ ਕਾਫੀ ਮੁਸ਼ਕਲਾਂ ਆਉਣ ਡਈਆਂ ਵਾ, ਕਿਉਂਕਿ ਜਿਹੜਾ ਡਿਊਟੀ ਰੋਟਾ ਵਾ ਜੇ ਮੰਨ ਲਓ ਸਾਡੇ ਅੰਮ੍ਰਿਤਸਰ ਵਾ ਤੇ ਅੰਮ੍ਰਿਤਸਰ ਦੇ ਵਿੱਚ ਜਿਹੜੀ ਵਰਕਰਾਂ ਨੂੰ ਪ੍ਰੋਬਲਮ ਆਊਗੀ ਜਾਂ ਮੰਨ ਲਓ ਕੋਈ ਡਿਊਟੀ ਤੋਂ ਆਉਂਦਾ ਵਾ ਸਾਥੀ ਤੇ ਉਹ ਆਣ ਕੇ ਸਿੱਧਾ ਡਿਊਟੀ ਸੈਕਸ਼ਨ ਦੇ ਵਿੱਚ ਜਾ ਕੇ ਦੱਸੂਗਾ ਵੀ ਮੈਨੂੰ ਆਹ ਪ੍ਰੋਬਲਮ ਆ। ਹੁਣ ਚੰਡੀਗੜ੍ਹ ਡਰਾਈਵਰ ਕੰਡਕਟਰ ਡਿਊਟੀ ਕਰਕੇ ਤੇ ਚੰਡੀਗੜ੍ਹ ਦੱਸੋ ਕਿਵੇਂ ਦੱਸ ਸਕਦਾ। ਫਿਰ ਉਹਨਾਂ ਨੂੰ ਜੇ ਫੋਨ ਤੇ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰੀਦੀ ਆ ਤੇ ਕੋਈ ਸਾਡਾ ਉੱਥੇ ਫੋਨ ਨਹੀਂ ਚੁੱਕਣ ਡਿਆ। 15 ਤੋਂ 20 ਦਿਨ ਹੋ ਗਏ ਆ, ਬਹੁਤ ਜ਼ਿਆਦਾ ਪਰੇਸ਼ਾਨ ਆ ਮੋਗਾ ਡਿਪੂ। ਇਸ ਕਰਕੇ ਸਮੁੱਚੇ ਪੰਜਾਬ ਦੇ ਵਿੱਚ ਭਾਰੀ ਰੋਸ ਵਾ। ਜੇਕਰ ਸਾਡੀਆਂ ਇਹ ਤਿੰਨੇ ਮੰਗਾਂ ਦਾ ਹੱਲ ਨਾ ਕੀਤਾ ਮੈਨੇਜਮੈਂਟ ਨੇ, ਮੈਨੇਜਮੈਂਟ ਦੀਆਂ ਇਹ ਮੰਗਾਂ ਵਾ, ਜੇ ਮੈਨੇਜਮੈਂਟ ਨੇ ਹੱਲ ਨਾ ਕੀਤਾ ਤੇ ਕੱਲ੍ਹ ਨੂੰ 19 ਤਰੀਕ ਨੂੰ PRTC ਦੇ 9 ਡਿਪੂ ਤੇ ਪਲੱਸ ਸਬ ਡਿਪੂ 10 ਦੇ 10 ਇਹ ਡਿਪੂ ਜਿਹੜੇ ਆ ਕੱਲ ਸਵੇਰ ਤੋਂ ਜਿਹੜੇ PRTC ਦੇ ਵੀ ਬੰਦ ਕੀਤੇ जाएंगे। अमृतसर के फूड सेफ्टी कमिश्नर राजेंद्र पाल सिंह की ओर से पानी बनाने वाली 5 फैक्ट्रियों पर दबिश दी गई, जिनमें भला कॉलोनी स्थित नीरधारा, छेहटा स्थित बेस्ट एवर एंटरप्राइजेज, बटाला रोड में बहल वाटर, जेठूवाल अमृतसर में बाबा कोल्ड ड्रिंक, मजीठा रोड अमृतसर में एक्वा शामिल हैं। राजेंद्र ने बताया कि नीलधारा और मानव एक्वा फैक्ट्रियां बंद थी। बहल वाटर की तरफ से पैक्ड वाटर नहीं भरा जा रहा था, लेकिन वहां पर खुला पानी भरा जा रहा था। इसी को लेकर उसे नोटिस भी जारी किया गया है। अमृतसर के CIA स्टाफ की तरफ से एक व्यक्ति अजय कुमार को गिरफ्तार करके उससे 130 ग्राम हेरोइन और 45,000 ड्रग मनी बरामद की गई है। ए डिवीजन के इंस्पेक्टर गगनदीप सिंह की ओर से एक व्यक्ति को गिरफ्तार करके उससे एक पिस्टल और 7 गोलियां बरामद की गई हैं। इसका नाम सतबीर सिंह है और ये तरन तारण का रहने वाला है। अमृतसर के ही मकबूलपुरा थाना की ओर से 5 लोगों को गिरफ्तार किया गया है। ये स्नैचर बताए जा रहे हैं। इनके पास से 2 मोटरसाइकिल, 3 तेजधार हथियार, 2 बेसबॉल और लोगों से छीने गए 12 मोबाइल बरामद किए गए हैं। दिल्ली के उपराज्यपाल अनिल बैजल ने राष्ट्रपति रामनाथ कोविंद को आज अपना इस्तीफा भेज दिया है। मार्च 2022 से ही उनके हटने की अटकलें लगाई जा रही थी। आपको बताएं कि अनिल बैजल दिसंबर 2016 में उपराज्यपाल बनाए गए थे। वह इस पद पर 5 महीने से अधिक समय तक रहे। बैजल ने आज अचानक अपना इस्तीफा प्रेसिडेंट ऑफ इंडिया को भेज दिया। सूत्रों की माने तो उन्होंने इस इस्तीफे को देने की वजह निजी बताई है। आपको यह भी बता दें कि दिल्ली के मुख्यमंत्री अरविंद केजरीवाल और बैजल के बीच कई बार फैसलों को लेकर भी टकराव देखने को मिला। इस साल की शुरुआत में जब कोरोना जोर पकड़ रहा था तो वीकेंड कर्फ्यू और सभी दुकानों के लिए ऑड एंड इवन के नियम को लेकर दोनों आमने सामने आ गए थे। बैजल ने केजरीवाल के प्रस्तावों को मानने से भी इनकार कर दिया था। इतना ही नहीं, दोनों के बीच दिल्ली में 1000 बसों की खरीद प्रक्रिया पर भी तकरार देखने को मिली थी। बैजल ने इस मामले में जांच के लिए 3 सदस्यीय पैनल बनाया था, जिसमें एक रिटायर्ड IAS ऑफिसर, विजिलेंस विभाग के प्रिंसिपल सेक्रेटरी और दिल्ली सरकार के ट्रांसपोर्ट कमिश्नर को शामिल किया गया था। इसको लेकर भी खासा विवाद मचा था।
अमृतसर में एक व्यक्ति ने पुलिस से परेशान होकर आत्महत्या कर ली। परिवार का आरोप है कि पहले उसे जबरदस्ती उसकी किराए की दुकान से बाहर निकाला गया। जब वह पुलिस के पास पहुंचा तो उसकी कोई सुनवाई नहीं हुई। इसी से आहत होकर उसने जहरीली चीज खाकर आत्महत्या कर ली। मेरा नाम संदीप कौर है। ਕੀ ਗੱਲਬਾਤ ਹੋਈ ਜਿਹੜਾ ਅੱਜ ਹਸਪੀਟਲ मेरे चाचा जी ने सुसाइड कर लिया है। ਕੀ ਚਾਚਾ ਜਾਂ ਨਾਂ ਕੀ ਤੇ ਕਾਰਨ ਕੀ ਸੁਸਾਈਡ मेरे चाचा जी का नाम सरदार हरजीत सिंह है, वासी लोहारका कलां। ਤੇ ਗੱਲਬਾਤ ਇਹ ਹੋਈ ਹੈ ਕਿ ਉਹਨਾਂ ਨੇ ਨਾ ਦੁਕਾਨ ਕਿਰਾਏ ਤੇ ਲਈ ਸੀ ਪਿੰਡ 'ਚ ਤੇ ਉਹਨਾਂ ਦਾ ਬੇਟਾ ਮੋਟਰਸਾਈਕਲ ਦਾ ਕੰਮ ਕਰਦਾ ਸੀ ਤੇ 5-6 ਸਾਲ ਹੋ ਗਏ ਸੀ ਵੀ ਉਹ ਉੱਥੇ ਹੀ ਕੰਮ ਕਰ ਰਹੇ ਸੀ ਤੇ ਪਿੱਛੇ ਨਵੰਬਰ ਦੀ ਗੱਲ ਹੈ ਕਿ ਨਵੰਬਰ 'ਚ ਉਹਨਾਂ ਨੇ ਨਾ ਇਹਨਾਂ ਨੂੰ ਕਿਹਾ ਵੀ ਤੁਸੀਂ ਆਪਣੀ ਦੁਕਾਨ ਖਾਲੀ ਕਰ ਦਿਓ ਤੇ ਉਹਨਾਂ ਨੇ ਕਿਹਾ ਵੀ ਅਸੀਂ ਦੁਕਾਨ ਖਾਲੀ ਕਰ ਦਿੰਨੇ ਆ ਤੇ ਸਾਨੂੰ ਦੁਕਾਨ ਲੱਭ ਲੈਣ ਦਿਓ ਨੈਕਸਟ। ਤੇ ਉਹਨਾਂ ਨੇ ਇਹਨਾਂ ਦੀ ਕੁਝ ਵੀ ਨਹੀਂ ਸੁਣੀ, ਕੋਈ ਮੌਲਤ ਨਹੀਂ ਦਿੱਤੀ। ਇਹਨਾਂ ਨੇ ਮਹੀਨਾ 2 ਮਹੀਨੇ ਜਾਂ 5-6 ਮਹੀਨੇ ਦੀ ਮੰਗੀ ਸੀ ਪਰ ਉਹਨਾਂ ਨੇ ਕੋਈ ਮੌਲਤ ਨਹੀਂ ਦਿੱਤੀ ਤੇ ਜਾ ਕੇ ਆਪਣਾ ਬਲਦੇਵ ਸਿੰਘ ਤੇ ਉਹਨੇ ਆਪਣੇ ਬੇਟਿਆਂ ਨੂੰ ਲੈ ਕੇ ਨਾਲ ਹੋਰ ਅਣਪਛਾਤੇ ਵਿਅਕਤੀ ਕੁਝ ਸਾਡੇ ਪਿੰਡ ਦੇ ਲੋਹਾਰਕੇ ਦੇ ਵਿਅਕਤੀ ਲੈ ਕੇ ਉਹਨਾਂ ਦੀ ਦੁਕਾਨ ਜਿਹੜੀ ਬੰਦ ਪਈ ਸੀ ਉਸ ਦਿਨ ਤੇ ਉਹਨੂੰ ਤਾਲੇ ਤੋੜ ਕੇ ਸਾਰਾ ਸਮਾਨ ਕੱਢਿਆ ਤੇ ਸਮਾਨ ਕੱਢ ਕੇ ਸਾਰਾ ਤਾਂ ਭੰਨ ਤੋੜ ਕੀਤੀ ਤੇ ਕੁਝ ਸਮਾਨ ਜਿਸ ਤਰ੍ਹਾਂ ਤੇਲ ਵਗੈਰਾ ਤੇ ਗੱਲੇ ਦੇ ਵਿੱਚ 21,000 ਰੁਪਇਆ ਪਿਆ ਸੀ ਜਿਹੜਾ ਰਾਤ ਨੂੰ ਬੇਟੇ ਨੇ ਨਾ ਮੋਟਰਸਾਈਕਲ ਵੇਚਿਆ ਸੀ ਉਹਦਾ, ਉਹ ਸਾਰਾ ਹੀ ਮਤਲਬ ਕਿ ਇਹਨਾਂ ਨੇ ਲੈ ਗਏ ਸਾਰਾ ਕੁਝ ਕੱਢ ਕੇ। ਉਹਦੀ ਸਾਡੇ ਕੋਲ ਵੀਡੀਓ ਵੀ ਮੌਜੂਦ ਆ। ਫਿਰ ਅਸੀਂ ਰਿਪੋਰਟ ਕੀਤੀ ਕਮੋਈ ਥਾਣਾ 'ਚ, ਉੱਥੇ ਸਾਡੀ ਕਿਸੇ ਨੇ ਨਹੀਂ ਸੁਣੀ। 26/11 ਨੂੰ ਇਹ ਹਮਲਾ 2021 ਨੂੰ ਹੋਇਆ ਸੀ। ਮਤਲਬ ਉਹਨਾਂ ਨੇ ਸਾਡੀ ਦੁਕਾਨ ਕੀਤੀ ਆ ਕੇ ਤਾਂ ਭੰਨ ਤੋੜ। ਉਸ ਤੋਂ ਬਾਅਦ ਰਿਪੋਰਟ ਕੀਤੀ, ਉਹਨਾਂ ਨੇ ਕੋਈ ਗੱਲ ਨਹੀਂ ਸੁਣੀ। ਫਿਰ ਅਸੀਂ SSP ਦੇ ਪੇਸ਼ ਹੋਏ, SSP ਦੇ ਥਾਣਾ ਦੇ ਹੱਟੀ ਦੇ। ਫਿਰ ਉੱਥੇ ਸਾਡਾ ਚੱਲਦਾ ਪਿਆ ਸੀ, ਉੱਥੇ ਮਤਲਬ ਉਹ ਬੁਲਾਉਂਦੇ ਸੀ ਸਾਨੂੰ। ਸਾਡਾ ਡਾਇਰੀ ਨੰਬਰ ਵੀ ਲੱਗਾ ਹੋਇਆ ਵਾ ਤੇ ਅਸੀਂ ਉੱਥੇ ਜਾਂਦੇ ਸੀ। ਕੱਲ ਵੀ ਉਹ ਚਾਚਾ ਜੀ ਉੱਥੋਂ ਹੋ ਕੇ ਆਏ ਸੀ ਤੇ ਉਹਨਾਂ ਨੇ ਪਤਾ ਨਹੀਂ ਕੀ ਅੱਗੇ ਤਾਂ ਅਸੀਂ ਪੁੱਛਦੇ ਸੀ ਕੀ ਹੁੰਦਾ ਵਾ ਕੀ ਨਹੀਂ। ਕੱਲ ਕੁਛ ਕਾਰਨਾਂ ਕਰਕੇ ਬੱਚੇ ਨਾਲ ਨਹੀਂ ਗਏ ਤੇ ਉਹ ਇਕੱਲੇ ਗਏ ਸੀ ਤੇ ਆ ਕੇ ਪੁੱਛਿਆ ਹੀ ਨਹੀਂ, ਕੁਝ ਘਰ ਦੇ ਕੰਮਾਂ ਕਾਰਾਂ 'ਚ ਰੁੱਝੇ ਰਹੇ ਤੇ ਇਹਨਾਂ ਨੇ ਕੁਝ ਮਤਲਬ ਰਾਤੀ 2 ਵਜੇ ਸੁੱਤਿਆਂ ਉਹਨਾਂ ਨੇ ਸਲਫਾਸ ਖਾ ਕੇ ਆਪਣਾ ਆਪ ਨੂੰ ਮਤਲਬ ਖਤਮ ਕਰ ਲਿਆ। ਕੀ ਲੱਗਦਾ ਕਾਹਦੀ ਗੱਲੋਂ ਤੁਹਾਡੀ ਗੱਲ ਨਹੀਂ ਸੁਣੀ ਗਈ ਪੁਲਿਸ ਵੱਲੋਂ? ਕੀ ਲੱਗਦਾ ਸਾਡੀ ਐਸੇ ਗੱਲੋਂ ਨਹੀਂ ਸੁਣੀ ਗਈ ਕਿਉਂਕਿ ਉਹ ਪ੍ਰੈਸ਼ਰ ਪਾਉਂਦੇ ਪਏ ਸੀ ਉੱਪਰੋਂ, ਮੰਤਰੀਆਂ ਦਾ ਪ੍ਰੈਸ਼ਰ ਆ ਰਿਹਾ ਸੀ। ਜਦੋਂ ਵੀ ਉਹ ਆਪਣੇ ਬਿਆਨ ਦਰਜ ਹੁੰਦੇ ਸੀ, ਜਦੋਂ ਰਾਜੀਨਾਮਾ ਹੋਣ ਦਾ ਲੱਗਦਾ ਸੀ ਵੀ ਜਿਹੜਾ ਸਾਡਾ ਜੋ ਵੀ ਹੈਗਾ ਹੀ ਮੁਆਵਜ਼ਾ ਸਾਨੂੰ ਮਿਲ ਜਾਵੇ, ਜਿਹੜੀ ਸਾਡੀ ਭੰਨ ਤੋੜ ਹੋਈ ਸੀ ਤੇ ਉਹ ਉਸ ਤੋਂ ਬਾਅਦ ਦਿੰਦੇ ਹੀ ਨਹੀਂ ਸੀ। ਮਤਲਬ ਅਗਲੇ ਦਿਨ ਹੀ ਉਹਨਾਂ ਨੂੰ ਫੋਨ ਆ ਜਾਂਦੇ ਸੀ, ਸਾਡੀ ਗੱਲ ਫਿਰ ਉੱਥੇ ਹੀ ਠੱਪ ਹੋ ਜਾਂਦੀ ਸੀ। ਕਾਰਨ ਕੀ ਸਮਝਦੇ ਸੁਸਾਈਡ ਦਾ ਕਾਰਨ ਕੀ? ਹੁਣ ਅਸੀਂ ਸੁਸਾਈਡ ਦਾ ਕਾਰਨ ਸਮਝਦੇ ਹਾਂ ਬਲਦੇਵ ਸਿੰਘ ਉਹਨਾਂ ਦੇ ਸਪੁੱਤਰ ਤੇ ਜਿਹੜੇ ਧਮਕੀਆਂ ਦਿੰਦੇ ਸੀ ਉਹਨਾਂ ਨੂੰ ਪਿੰਡ 'ਚ ਤੇ ਨਾਲ ਹੀ ਜਿਹੜੀ ਹੁਣ ਪੁਲਿਸ ਦੀ ਲਾਪਰਵਾਹੀ ਦਾ ਕਰਕੇ। ਪੁਲਿਸ ਨੇ ਜੇ ਉਸ ਟਾਈਮ ਲਿਆ ਹੁੰਦਾ ਅੱਜ ਸਾਡਾ ਇਨਸਾਨ ਸਾਡੇ ਵਿੱਚ ਜਿੰਦਾ ਹੁੰਦਾ। ਤੁਹਾਨੂੰ ਲੱਗਦਾ ਕਿ ਪੁਲਿਸ ਦੀ ਨਾਕਾਮੀ ਕਰਕੇ ਹਾਂਜੀ, ਪੁਲਿਸ ਦੀ ਨਾਕਾਮੀ ਹੈ, ਪੂਰੀ ਨਾਕਾਮੀ ਹੈ ਪੁਲਿਸ ਦੀ। ਅੱਜ ਅਸੀਂ ਸਵੇਰ ਦੇ 8 ਵਜੇ ਦੇ ਥਾਣੇ ਦੇ ਬੈਠੇ ਹੋਏ ਹਾਂ, ਕੋਈ ਸਾਡੀ ਰਿਪੋਰਟ ਨਹੀਂ ਸਹੀ ਤਰ੍ਹਾਂ ਲਿਖ ਰਹੇ। ਅੱਜ ਸਵੇਰੇ ਹੀ ਸਾਨੂੰ ਇਹਦੀ ਇਨਫੋਰਮੇਸ਼ਨ ਮਿਲੀ ਸੀਗੀ ਕਿ ਹਰਜੀਤ ਸਿੰਘ ਨਾਂ ਦਾ ਵਿਅਕਤੀ ਲੋਹਾਰਕੇ ਕਲਾਂ ਦਾ, ਉਹਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਤੇ ਜਿਹੜੀ ਆਤਮ ਹੱਤਿਆ ਕਰ ਲਈ ਹੈ। ਇਹਦੇ ਸੰਬੰਧ 'ਚ ਸਾਡੇ ਸਬ ਇੰਸਪੈਕਟਰ ਸ਼ਿਸ਼ਪਾਲ ਸਿੰਘ ਜੀ ਮੌਕੇ ਤੇ ਗਏ ਨੇ, ਉਹ ਸਾਰੀ ਇਹ ਕਾਰਵਾਈ ਜਿਹੜੀ ਅਮਲ 'ਚ ਲਿਆ ਰਹੇ। ਇਹ ਕਾਰਨ ਦਾ ਇਹਨਾਂ ਦਾ ਜਿਹੜਾ ਬੇਟਾ ਆ ਅਮਰਬੀਰ ਸਿੰਘ, ਉਹਦੇ ਦੱਸਣ ਮੁਤਾਬਕ ਇਹਨਾਂ ਦਾ ਕੋਈ ਪੁਰਾਣਾ ਦੁਕਾਨ ਦਾ ਸੀਗਾ ਝਗੜਾ ਮਾਲਕ ਦੇ ਨਾਲ ਤੇ ਮਾਲਕ ਨੇ ਇਹਨਾਂ ਕੋਲ ਦੁਕਾਨ ਖਾਲੀ ਕਰਵਾਈ ਸੀ। ਉਹਦੀ ਸੰਬੰਧ ਦੇ ਵਿੱਚ ਇਹਨਾਂ ਦੀ ਕੋਈ ਦਰਖਾਸਤ ਵੀ ਚੱਲ ਰਹੀ ਹੈ। ਇਸ ਗੱਲ ਤੋਂ ਪਰੇਸ਼ਾਨ ਸੀਗਾ ਇਹਨਾਂ ਦੇ ਦੱਸਣ ਮੁਤਾਬਕ। ਨਹੀਂ ਜੀ, ਇਹ ਦਰਖਾਸਤ ਇਹਨਾਂ ਦੀ ਪੁਰਾਣੀ ਚੱਲ ਗਈ। ਪ੍ਰੈਸ਼ਰ ਵਾਲੀ ਕੋਈ ਇਹਨਾਂ ਦੀ ਕੰਪਲੇਂਟ ਜਿਹੜੀ ਹੈ ਨਾ ਤਾਂ ਥਾਣੇ ਦਿੱਤੀ ਹੈ, ਨਾ ਹੀ ਕੋਈ ਗੱਲ ਹੈ। ਸਾਨੂੰ ਡੈਡ ਬੋਡੀ ਆਪਣੀ ਫੈਮਿਲੀ ਸਪੋਰਟ ਬਿਲਕੁਲ ਜੀ, ਡੈਡ ਬੋਡੀ ਪੁਲਿਸ ਨੇ ਕਬਜ਼ੇ 'ਚ ਲੈ ਲਈ ਹੈ ਤੇ ਇਹਦੀ ਅੱਗੇ ਕਾਰਵਾਈ ਦਾ ਪੋਸਟਮਾਰਟਮ ਕਰਾ ਰਹੇ ਆ ਤੇ ਤਫਤੀਸ਼ ਜਿਹੜੀ ਸਾਡੀ ਇਸ ਸੰਬੰਧ 'ਚ पड़ताल चल रही है। आज के लिए बस इतना ही। कल आपके समक्ष फिर हाजिर होंगे, तब तक के लिए नमस्कार।